ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਥਰਮੋਡਾਇਨਮਿਕ ਪ੍ਰੋਸੈਸਿਸ ਦੇ ਅਗਲੇ ਟੌਪਿਕ ਦੇ ਬਾਰੇ, ਜੋ ਕਿ ਹੈ ਐਡਿਆਬੈਟਿਕ ਪ੍ਰੋਸੈਸ ਦੇ ਬਾਰੇ। ਸੋ ਐਡਿਆਬੈਟਿਕ ਪ੍ਰੋਸੈਸ ਕੀ ਹੈ? ਜਦੋਂ ਕਿਸੇ ਵੀ ਸਿਸਟਮ ਦੇ ਅੰਦਰ ਕੋਈ ਪ੍ਰੋਸੈਸ ਚੇਂਜ ਹੁੰਦਾ ਤਾਂ ਉਸ ਦੌਰਾਨ ਜਦੋਂ ਉਸ ਸਿਸਟਮ ਨੂੰ ਕਿਸੇ ਵੀ ਤਰ੍ਹਾਂ ਦੀ ਨਾ ਹੀਟ ਸਪਲਾਈ ਕੀਤੀ ਜਾਵੇ, ਨਾ ਉਸ ਸਿਸਟਮ 'ਚੋਂ ਹੀਟ ਕੁਛ ਵਿਡਰੋ ਕੀਤੀ ਜਾਵੇ, ਤਾਂ ਉਸ ਸਿਸਟਮ ਨੂੰ ਅਸੀਂ ਕਾਊਂਟ ਕਰਦੇ ਹਾਂ ਐਡਿਆਬੈਟਿਕ ਸਿਸਟਮ। ਤਾਂ ਉਸ ਦੌਰਾਨ ਜੋ ਉਹ ਪ੍ਰੋਸੈਸ ਹੁੰਦੀ ਆ ਉਸ ਸਿਸਟਮ ਦੇ ਅੰਦਰ, ਉਸ ਨੂੰ ਅਸੀਂ ਐਡਿਆਬੈਟਿਕ ਪ੍ਰੋਸੈਸ ਕਾਊਂਟ ਕਰਦੇ ਹਾਂ। ਸੋ ਪੜ੍ਹ ਕੇ ਦੇਖਦੇ ਹਾਂ ਜੀ। ਦ ਪ੍ਰੋਸੈਸ ਇਨ ਵਿਚ ਨੋ ਹੀਟ ਇਜ਼ ਐਡਿਡ ਔਰ ਵਿਦਡਰਾਨ ਫਰੋਮ ਦ ਸਿਸਟਮ ਅੰਡਰ ਕੰਸੀਡਰੇਸ਼ਨ ਇਜ਼ ਨੋਨ ਐਜ਼ ਐਡਿਆਬੈਟਿਕ ਪ੍ਰੋਸੈਸ। ਜਿਵੇਂ ਕਿ ਅਸੀਂ ਹੁਣੀ ਗੱਲ ਕਰਕੇ ਹਟੇ ਹਾਂ। During the process, there is no heat transfer between the system and the surrounding when the work is done by the gas or on the gas। ਕਿ ਜਦੋਂ ਗੈਸ ਦੇ ਦੁਆਰਾ ਕੁਝ ਕੰਮ ਕੀਤਾ ਜਾਂਦਾ ਜਾਂ ਗੈਸ ਦੇ ਉੱਪਰ ਕੰਮ ਕੀਤਾ ਜਾਂਦਾ, ਮੀਨ ਟੂ ਸੇ ਕਿ ਜਦੋਂ ਅਸੀਂ ਸਿਸਟਮ ਨੂੰ ਕੁਝ ਵਰਕ ਇਨਪੁਟ ਦਿੰਦੇ ਹਾਂ ਜਾਂ ਸਿਸਟਮ ਤੋਂ ਕੁਝ ਅਸੀਂ ਵਰਕ ਆਊਟਪੁੱਟ ਲੈਂਦੇ ਹਾਂ, ਤਾਂ ਉਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੀਟ ਟਰਾਂਸਫਰ ਨਹੀਂ ਹੁੰਦੀ ਸਿਸਟਮ ਤੇ ਸਰਾਊਂਡਿੰਗਸ ਦੇ ਇਨ ਬਿਟਵੀਨ, ਤਾਂ ਉਹ ਸਿਸਟਮ ਸਾਡਾ ਕਹਿਲਾਉਂਦਾ ਹੈ ਐਡਿਆਬੈਟਿਕ ਸਿਸਟਮ। So in adiabatic expansion work is done by the gas and adiabatic compression work is done on the gas। ਹੁਣ ਉਹ ਗੱਲ ਕਰ ਰਿਹਾ ਕਿ adiabatic expansion ਜਦੋਂ ਹੁੰਦੀ ਹੈ ਕਿਸੇ ਪ੍ਰੋਸੈਸ ਦੇ ਅੰਦਰ, ਕਿਸੇ ਸਿਸਟਮ ਦੇ ਅੰਦਰ ਸੌਰੀ, ਤਾਂ ਉਸ ਦੌਰਾਨ ਜੋ ਵਰਕ ਡਨ ਬਾਏ ਦਾ ਗੈਸ ਹੁੰਦਾ, ਕਿ adiabatic expansion ਦੇ ਦੌਰਾਨ ਵਰਕ ਡਨ ਬਾਏ ਦਾ ਗੈਸ ਹੁੰਦਾ, adiabatic compression ਦੇ ਦੌਰਾਨ ਵਰਕ ਡਨ ਇਜ਼ ਔਨ ਦਾ ਗੈਸ ਹੁੰਦਾ, ਕਿ ਗੈਸ ਦੇ ਉੱਤੇ ਅਸੀਂ ਕੰਮ ਇਨਪੁੱਟ ਦਿੰਦੇ ਹਾਂ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਇਸੇ ਹੀ ਪ੍ਰੋਸੈਸ ਦੇ ਦੌਰਾਨ ਜਦੋਂ ਸਾਡਾ ਕੋਈ ਹੀਟ ਟਰਾਂਸਫਰ ਹੁੰਦਾ, ਉਸ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਲੈ ਸਕਦੇ ਹਾਂ। ਜਿਵੇਂ ਕਿ ਅਸੀਂ ਹੁਣੀ ਗੱਲ ਕੀਤੀ ਕਿ ਕਿਸੇ ਤਰ੍ਹਾਂ ਦਾ ਹੀਟ ਦਾ ਆਦਾਨ ਪ੍ਰਦਾਨ ਸਿਸਟਮ ਦੇ ਅੰਦਰ ਨਹੀਂ ਹੋਊਗਾ। ਸੋ ਉਸ ਦੌਰਾਨ ਹੀਟ ਟਰਾਂਸਫਰ ਡਿਊਰਿੰਗ ਦਾ ਪ੍ਰੋਸੈਸ 1 to 2 ਦੈਟ ਇਜ਼ ਕਾਊਂਟਡ ਐਜ਼ 0। ਔਰ ਇਸੇ ਚੀਜ਼ ਨੂੰ ਹੀ ਅਸੀਂ ਫਰੋਮ ਦਾ ਫਸਟ ਲਾਅ ਆਫ ਥਰਮੋਡਾਇਨਮਿਕਸ ਤੋਂ ਵੀ ਨੋਟ ਕਰਦੇ ਹਾਂ। ਜਿਵੇਂ ਕਿ ਸਾਨੂੰ ਪਤਾ ਹੈ ਕਿ ਫਸਟ ਲਾਅ ਆਫ ਥਰਮੋਡਾਇਨਮਿਕਸ ਦੇ ਅਕੋਰਡਿੰਗਲੀ ਜਿਸ ਕਿਸੇ ਵੀ ਸਿਸਟਮ ਨੂੰ ਜੋ ਹੀਟ ਸਪਲਾਈ ਅਸੀਂ ਕਰਦੇ ਹਾਂ ਉਹਦਾ ਫਾਰਮੂਲਾ ਹੁੰਦਾ Q is equals to delta U plus W। ਇੱਥੇ ਡੈਲਟਾ U ਕੀ ਹੈ? ਚੇਂਜ ਇਨ ਇੰਟਰਨਲ એનર્ਜੀ ਡਿਊਰਿੰਗ ਦਾ ਪ੍ਰੋਸੈਸ 1 to 2 ਐਂਡ ਵਰਕ ਡਨ ਡਿਊਰਿੰਗ ਦਾ ਪ੍ਰੋਸੈਸ 1 to 2। ਸੋ ਇਸ ਦੌਰਾਨ ਸਾਨੂੰ ਪਤਾ ਹੈ ਪ੍ਰੋਸੈਸ ਦੇ ਕਿ ਹੀਟ ਟਰਾਂਸਫਰ ਬਿਲਕੁਲ ਨਹੀਂ ਹੋ ਰਿਹਾ। ਸੋ Q ਦੀ ਵੈਲਿਊ ਸਾਡੇ ਕੋਲ 0 ਆ ਗਈ, 0 ਨੂੰ ਪੁੱਟ ਕੀਤਾ, ਬਾਕੀ ਐਜ਼ ਇਟ ਇਜ਼ ਆ ਗਿਆ। ਤਾਂ ਇਸ ਜਗ੍ਹਾ 'ਤੇ ਜੋ ਸਾਡਾ W ਸੀ ਉਹ ਐਜ਼ ਇਟ ਇਜ਼ ਰਿਹਾ, ਡੈਲਟਾ U ਅਸੀਂ ਦੂਸਰੇ ਪਾਸੇ ਲੈ ਗਏ ਇਕੁਅਲ ਟੂ ਤੋਂ, ਜੋ ਸਾਡੇ ਕੋਲ ਵੈਲਿਊ ਆਈ ਉਹ ਆ ਗਈ W ਇਜ਼ ਇਕੁਅਲਸ ਟੂ ਮਾਈਨਸ ਆਫ ਡੈਲਟਾ U, ਵਿਚ ਮੀਨਸ ਵਰਕ ਡਨ ਇਜ਼ ਇਕੁਅਲਸ ਟੂ ਚੇਂਜ ਇਨ ਇੰਟਰਨਲ એનર્ਜੀ। ਔਰ ਇਸੇ ਹੀ ਪ੍ਰੋਸੈਸ ਨੂੰ ਐਡਿਆਬੈਟਿਕ ਪ੍ਰੋਸੈਸ ਨੂੰ ਅਸੀਂ ਗ੍ਰਾਫ ਦੇ ਉੱਤੇ ਪਲਾਟ ਕਰਨ ਦੀ ਕੋਸ਼ਿਸ਼ ਕੀਤੀ ਹੋਈ ਆ। ਸੋ ਗ੍ਰਾਫ ਦੇ ਉੱਤੇ ਇਸ ਨੂੰ ਕਿਵੇਂ ਪਲਾਟ ਕਰਾਂਗੇ? ਸੋ ਤੁਸੀਂ ਸਾਹਮਣੇ ਦੇਖ ਰਹੇ ਹੋ, ਸਾਡੇ ਕੋਲ ਇੱਕ ਗ੍ਰਾਫ ਨਜ਼ਰ ਆ ਰਿਹਾ ਰਾਈਟ ਹੈਂਡ ਸਾਈਡ ਦੇ ਉੱਤੇ। ਸੋ ਗ੍ਰਾਫ ਕੀ ਕਹਿ ਰਿਹਾ ਕਿ ਜਦੋਂ ਇਸ ਪ੍ਰੋਸੈਸ ਦੇ ਦੌਰਾਨ ਕੁਝ ਚੇਂਜ ਹੋਊਗਾ ਤਾਂ ਉਸ ਨੂੰ ਅਸੀਂ ਇਸ ਕਰਵ ਦੇ ਥਰੂ ਪਲਾਟ ਕਰ ਸਕਦੇ ਹਾਂ ਕਿ ਜੋ ਵੀ ਚੇਂਜਸ ਆਉਣਗੇ ਇਨ ਬਿਟਵੀਨ ਦਾ ਪ੍ਰੈਸ਼ਰ ਐਂਡ ਵੋਲਿਊਮ। ਤਾਂ ਵਾਈ ਐਕਸਿਸ ਦੇ ਅਸੀਂ ਪ੍ਰੈਸ਼ਰ ਲਿਆ, ਐਕਸ ਐਕਸਿਸ 'ਤੇ ਸਾਡਾ ਵੋਲਿਊਮ ਹੈ। ਤਾਂ 1 to 2 ਸਾਡੇ ਕੋਲ ਪ੍ਰੋਸੈਸ ਚੇਂਜ ਹੋ ਰਿਹਾ। ਸੋ 1 ਪੁਆਇੰਟ ਦੇ ਕੋਰਸਪੋਂਡਿੰਗ ਐਂਡ ਸੈਕੰਡ ਪੁਆਇੰਟ ਦੇ ਕੋਰਸਪੋਂਡਿੰਗ ਪ੍ਰੈਸ਼ਰ ਦੀਆਂ ਵੈਲਿਊਜ਼ ਨੇ P1 P2 ਐਂਡ ਵੋਲਿਊਮ ਦੀਆਂ ਵੈਲਿਊਜ਼ ਨੇ V1 ਤੇ V2। ਨਾਲ ਹੀ ਅਸੀਂ ਇਸੇ ਚੀਜ਼ ਨੂੰ ਹੀ ਐਕਸਪੈਰੀਮੈਂਟਲੀ ਹੁਣ ਜੋ ਅਸੀਂ ਕਰਵ ਪਲਾਟ ਕੀਤੀ ਹੈ 1 to 2, ਇਸ ਦਾ ਇੱਕ ਰਿਲੇਸ਼ਨ ਐਸਟੈਬਲਿਸ਼ ਕਰਨਾ ਕਿ ਐਡਿਆਬੈਟਿਕ ਪ੍ਰੋਸੈਸ ਦੇ ਦੌਰਾਨ ਇਸ ਜੋ ਪ੍ਰੋਸੈਸ ਚੇਂਜ ਹੋ ਰਿਹਾ ਇਸ ਦਾ ਇੱਕ ਰਿਲੇਸ਼ਨ ਐਸਟੈਬਲਿਸ਼ ਕਰਨ ਦੇ ਲਈ ਅਸੀਂ ਇੱਕ ਛੋਟੀ ਜਿਹੀ ਡੈਰੀਵੇਸ਼ਨ ਕਰਾਂਗੇ। ਸੋ ਅਸੀਂ ਕੀ ਕੀਤਾ, ਲੈਟ ਅਸ ਕੰਸੀਡਰ ਅ ਯੂਨਿਟ ਮਾਸ ਆਫ ਗੈਸ, ਕਿ ਅਸੀਂ ਇੱਕ ਯੂਨਿਟ ਮਾਸ ਆਫ ਗੈਸ ਕੰਸੀਡਰ ਕਰ ਲਿਆ ਜਿਸ ਦੇ ਅੰਦਰ ਅਸੀਂ DQ ਛੋਟੀ ਜਿਹੀ ਅਮਾਊਂਟ ਦੀ ਜਦੋਂ ਹੀਟ ਸਪਲਾਈ ਕਰਾਂਗੇ ਉਸ ਗੈਸ ਨੂੰ, ਤਾਂ ਉਸ ਦੇ ਅੰਦਰ ਜੋ ਟੈਂਪਰੇਚਰ ਤੇ ਵੋਲਿਊਮ ਦੇ ਅੰਦਰ ਜੋ ਚੇਂਜ ਆਊਗਾ ਉਸ ਨੂੰ ਅਸੀਂ ਡੈਲਟਾ T ਤੇ ਡੈਲਟਾ V ਦੇ ਨਾਲ ਡਿਨੋਟ ਕਰ ਲਿਆ। ਔਰ ਨਾਲ ਹੀ ਅਸੀਂ ਇੱਥੋਂ ਲੈ ਲਿਆ ਕਿ ਫਰੋਮ ਦਾ ਫਸਟ ਲਾਅ ਆਫ ਥਰਮੋਡਾਇਨਮਿਕਸ ਸਾਨੂੰ ਪਤਾ ਹੈ ਕਿ ਫਸਟ ਲਾਅ ਆਫ ਥਰਮੋਡਾਇਨਮਿਕਸ ਸਾਨੂੰ ਕੀ ਕਹਿੰਦਾ ਕਿ Q ਇਜ਼ ਇਕੁਅਲਸ ਟੂ U ਪਲਸ W, ਕਿ ਇੰਟਰਨਲ એનર્ਜੀ ਤੇ ਵਰਕ ਡਨ ਦੇ ਇਕੁਅਲ ਹੁੰਦਾ। ਔਰ ਸਾਨੂੰ ਪਤਾ ਹੈ ਕਿ ਇੰਟਰਨਲ એનર્ਜੀ ਦਾ ਜੋ ਰਿਲੇਸ਼ਨ ਹੈ ਉਸ ਨੂੰ ਅਸੀਂ ਇਸ ਤਰੀਕੇ ਨਾਲ ਡਿਨੋਟ ਕਰਦੇ ਹਾਂ mCV dt ਪਲਸ ਵਰਕ ਡਨ। ਤਾਂ ਵਰਕ ਡਨ ਕੀ ਹੁੰਦਾ ਸਾਡੇ ਕੋਲ? P ਇੰਟੂ ਚੇਂਜ ਇਨ ਵੋਲਿਊਮ। ਸੋ ਇਸ ਇਕੁਏਸ਼ਨ ਨੂੰ ਅਸੀਂ ਕਹਤਾ ਨੰਬਰ 1। ਐਂਡ ਨਾਲ ਹੀ ਸਾਨੂੰ ਇਹ ਵੀ ਪਤਾ ਹੈ ਕਿ ਜੋ ਸਾਡੇ ਕੋਲ ਪ੍ਰੋਸੈਸ ਹੈ
ये साडा एडियाबैटिक प्रोसैस है। चेंज इन हीट इज इक्वल्स टू 0। सो फस्ट इक्वेशन दे विच डी क्यू की वैल्यू असी 0 पुट करती और मास भी जो साडा सी वो यूनिटी सी उसनों असी 1 ले लिया। तो फस्ट इक्वेशन जो सी वो साडे कोल बन गई CV dt प्लस PdV इज इक्वल्स टू 0। इसनों असी कहता इक्वेशन नंबर 2। नाउ फ्रॉम द गैस इक्वेशन सानू पता कि जो गैस इक्वेशन होंदी है वो PV इज इक्वल्स टू MRT होंदी है और मास अगेन साडा कांस्टेंट है, यूनिटी है। सो इक्वेशन साडी बन गई PV इज इक्वल्स टू RT। इसे ही इक्वेशन नू असी डिफरेंशिएट करता P इंटू DV प्लस V इंटू DP इज इक्वल्स टू R इंटू DT। सो इस इक्वेशन तो असी इथों dt की वैल्यू कढ़नी है तो dt की वैल्यू की आ जाएगी एज इट इज़ r ये नीचे चले जाऊगा। सो इक्वेशन नंबर 3 इथों ही बनी साडे कोल dt इज इक्वल्स टू P इंटू DV प्लस V इंटू DP अपॉन R। इसमें असी इक्वेशन नंबर 3 कहता। नाउ हुण इथों जो असी dt की वैल्यू कैलकुलेट की है इक्वेशन नंबर 3 तो इसे ही वैल्यू नू असी इत्थे उपर इक्वेशन नंबर 2 दे विच यूज़ करांगे dt की जगह। सो जो साडे कोल इक्वेशन चेंज होके आऊगी वो आ जाऊगी CV साडा एज इट इज़ और dt की वैल्यू इत्थे जो असी आ कैलकुलेट की है इनू पुट कर देंगे। सो इक्वेशन जो साडे कोल बनी वो कुछ इस तरीके दे नाल आ जाऊगी CV इंटू PdV प्लस VdP अपॉन R प्लस PdV इज इक्वल्स टू 0। सो नैक्सट स्टैप दे विच असीं की कीता इत्थे हुण नीचे R है, इत्थे नीचे कुछ नहीं है, असीं एलसीएम ले लांगे। एलसीएम लैण तो बाद की आ जाएगा साडा कॉमन इस जगह ते हुण देखांगे R है नहीं गा। सो R दे नाल इस जगह ते मल्टीप्लाई करता, R नीचे भी है। फरदर अगले स्टैप दे विच असीं की कीता R नूं फरदर इधर मल्टीप्लाई करता। मल्टीप्लाई करन तो बाद 0 नूं किसी चीज़ नाल मल्टीप्लाई कर दें तो 0 आंसर आ जाता तो R की वैल्यू 0 होगी। अगले स्टैप दे विच की होया इस जगह ते जो साडा हुण R है जो साडा R की वैल्यू पई है इस R की वैल्यू सानू पता है CP माइनस CVV होंदी है। सो इत्थे R की वैल्यू असी इस जगह के उत्ते CP माइनस CV पुट कर देंगे। जो इक्वेशन साडे कोल चेंज होके आऊगी CV एज इट इज़ PdV प्लस VdP एज इट इज़ और जो इत्थे R की वैल्यू सी उस जगह ते असी पुट कर लिया CP माइनस CV इंटू P DV इज इक्वल्स टू 0। सो हुण असी जो ब्रैकेट्स ने उन्होंने खोल लवांगे CV इंटू PdV प्लस CV इंटू VdP प्लस CP इंटू PdV माइनस CV इंटू PdV। तो इत्थे देखांगे ये माइनस की टर्म है, ये पॉजिटिव टर्म है, दोनों आपस के विच कट गईयां, जो बाकी बचा एज इट इज़ इक्वल्स टू 0 आ गया। इनू कहता असी इक्वेशन नंबर 4। नाउ जिहड़ी इक्वेशन नंबर 4 साडे कोल हुण आई उसनों दोनों ही साइडां दे उत्ते असी CV इंटू PdV दे नाल डिवाइड करता। डिवाइड करन तो बाद जो साडे कोल आया इस जगह के उत्ते CV आपस दे विच कैंसल आउट हो गया, V दे नाल V कैंसल आउट हो गया, DP ओवर P एज इट इज़ रह गया। इस जगह ते CP CV PP कैंसल आउट हो गया, DV अपॉन V इज इक्वल्स टू 0। बाकी बच गया साडे कोल और जो पेंडिंग साडे कोल बचिया DP ओवर P प्लस CP बाय CV DV इंटू DV अपॉन V इज इक्वल्स टू 0। और नैक्सट स्टैप दे विच सानू ये भी पता है कि CP बाय CV इज इक्वल्स टू गामा हुंदा और इसे जगह ते हुण CP बाय CV की जगह ते पुट करांगे असी गामा DP बाय P प्लस गामा DV अपॉन V इज इक्वल्स टू 0। इनू कहता है इक्वेशन नंबर 5। नाउ इंटीग्रेटिंग द अबव इक्वेशन कि जे जिहड़ी साडे कोल 5th इक्वेशन आई इसनों असी इंटीग्रेट करांगे तो इंटीग्रेट करन तो बाद देखते हैं की आउंदा साडे कोल। इंटीग्रेशन करन तो बाद साडे कोल इत्थे देखते हैं कि जो साडे कोल गामा इंटू DV अपॉन V सी इहदी इंटीग्रेशन बन गई गामा एज इट इज़ DV बाय V लॉग ऑफ V क्योंकि 1 बाय V सीगा 1 बाय V की इंटीग्रेशन लॉग ऑफ V प्लस जी DP बाय P सी इसकी इंटीग्रेशन आ गई लॉग ऑफ P और इधरले पासे साडे कोल सीगा 0 की इंटीग्रेशन आ गई लॉग ऑफ C कॉन्स्टेंट। सो नैक्सट अगले स्टैप के विच असीं की कीता
ਹੁਣ इस जगह के उत्ते तुसीं देख सकते हो फॉर्मूला असीं ये यूज़ किया x log of y दी पावर x, इत्थे जिहड़ा फ्रंट ते हुंदा वो अगे जाके पिछले दी पावर बन जाता। सो यही चीज़ इत्थे हुई है log of e v दी पावर गामा प्लस log of e p एज इट इज़ log of c। सो इस जगह ते हुण असीं देखांगे इत्थे फर्दर एक फॉर्मूला यूज़ करांगे log of a प्लस log of b इज इक्वल्स टू log of a b। हुण इत्थे असीं उही चीज़ कीती है log of e इन्हां दोनों का प्रोडक्ट v दी पावर गामा इंटू p एज इट इज़ आ गया, और दूसरी साइड पे साडे कोल चला गया log of c एज इट इज़, और log log आपस दे विच कैंसल आउट हो गया, और जो फाइनल साडे कोल रिजल्ट आ गया p v दी पावर गामा इज इक्वल्स टू कॉन्स्टेंट, जिथे साडा c जो है वो कॉन्स्टेंट टर्म है। सो ये साडे कोल एक रिलेशन एस्टैबलिश होया कि जो स्टार्टिंग दे उत्ते असीं एक कर्व प्लॉट कीती सी एडियाबैटिक प्रोसैस दे लई। सो उसका जो रिलेशन आया वो साडे कोल ये आ गया पी वी दी पावर गामा इज इक्वल्स टू कॉन्स्टेंट। नैक्सट असीं गल करते हैं वर्क डन ड्यूरिंग द एडियाबैटिक प्रोसैस, कि एडियाबैटिक प्रोसैस के दौरान जो वर्क डन की इक्वेशन होएगी वो साडे कोल की होगी। सानू पता है वर्क डन का फॉर्मूला हुंदा P इंटू डी वी, तो पूरे प्रोसैस का असीं वर्क डन कैलकुलेट करना। सो इंटीग्रेशन करती फ्रॉम 1 to 2, वैल्यूज पुट करती लिमिट्स दियाँ v1 to v2, इनू इक्वेशन नंबर 6 कहता। और नाल ही सानू ये भी पता कि जो हुणी असीं रिलेशन एस्टैबलिश करके हटे हैं पी वी दी पावर गामा इज इक्वल्स टू कॉन्स्टेंट, इस जगह तो मैं प्रैशर की वैल्यू कट ली c अपॉन v दी पावर गामा, इनू कहता इक्वेशन नंबर 7। सो हुण जो इत्थे साडे कोल p है इस p की जगह ते हुण असीं ए p की वैल्यू पुट करांगे। सो फ्रॉम इक्वेशन नंबर 7 असीं p की वैल्यू इक्वेशन नंबर 6 दे विच पुट करांगे, तो जो साडे कोल फाइनल आऊगा वो आ जाऊगा w1 to 2 एज इट इज़ इंटीग्रेशन v1 to v2 c v दी पावर गामा इंटू डी वी। सो c कॉन्स्टेंट सीगा बाहर चला गया, और इस जगह ते 1/v दी पावर गामा है, जो इसमें चेंज करके ऊपर लेके जावांगे तो गामा की वैल्यू माइनस हो जाएगी। सो माइनस गामा इंटू डी वी। नैक्सट अगले स्टैप के विच की कीता, इंटीग्रेशन असी करती, लिमिट्स पुट करतियाँ। सो जो साडे कोल आंसर आया c एज इट इज़ कॉन्स्टेंट v दी पावर माइनस गामा प्लस 1 इंटीग्रेशन करन तो बाद हुण साडे कोल इस जगह ते जो फॉर्मूला यूज़ होया a दी पावर n, जदों असी इंटीग्रेट करते हैं तो उसका फॉर्मूला बन जाता a दी पावर n प्लस 1 ओवर n प्लस 1। सो इस जगह ते n की जगह ते की सीगा माइनस गामा, और उहदे विच असी 1 प्लस करता, और अपॉन दे विच भी माइनस गामा प्लस 1 एज इट इज़ आ गया, लिमिट साडियाँ एज इट इज़ रह गई। नैक्सट असी c बाय माइनस गामा प्लस 1 अलग कढ़ लिया, जो बाकी बचिया उस ते असी अपर लिमिट माइनस लोअर लिमिट दियाँ वैल्यूज पुट करतियाँ, और जो साडे कोल आंसर आ गया वो आ गया साडा 1 बाय गामा माइनस गामा प्लस 1 इंटू CV2 पावर माइनस गामा प्लस 1 माइनस CV1 माइनस गामा प्लस 1, इनू कहता सी इक्वेशन नंबर 8। बट नाल ही सानू ये भी पता है कि जो असी उत्ते रिलेशन सैटअप कीता सी प्रोसैस का वो सी साडे कोल कि पी वी दी पावर गामा इज इक्वल्स टू कॉन्स्टेंट, और यही प्रोसैस साडे कोल फर्स्ट ते सैकेंड पॉइंट ते भी लागू हुंदी है। तो इस जगह ते असीं ले सकते हैं P1 V1 दी पावर गामा इज इक्वल्स टू कॉन्स्टेंट, P2 V2 दी पावर गामा इज इक्वल्स टू कॉन्स्टेंट। सो इस जगह ते यही असीं जो वैल्यू इत्थे कड्ढी है इसनूं असीं पुट करांगे इक्वेशन नंबर 8 दे विच। इक्वेशन नंबर 8 दे विच जो वैल्यूज़ ने साडे कोल C दियां, इत्थे भी c की वैल्यू तुसीं देख रहे हो, इस जगह पर भी c की वैल्यू तुसीं देख रहे हो। v2 के नाल जो c की वैल्यू है उत्थे असीं पुट कर देंगे p2 v2 की पावर गामा, और इस जगह पर असीं पुट कर देंगे p1 v1 की पावर गामा। सो जो इक्वेशन नंबर 8 सी वो चेंज होकर साडे कोल कुछ इस तरीके दे नाल आ जाऊगी 1 अपॉन माइनस गामा प्लस 1 इंटू p2 v2 की पावर गामा इंटू v2 माइनस गामा प्लस 1। इस तरीके दे नाल ही सैकेंड, और फाइनल तुसीं देखोगे कि इस जगह पे v2 है, इत्थे भी v2 है, बेस सेम है तो पावर साइड ते हो जाएगी, सम अप हो जाएगी। सो माइनस गामा के नाल प्लस का गामा आपस दे विच कट्टे गए, इत्थे भी एज इट इज़ ही होगा, और जो चेंज होकर साडे कोल इक्वेशन बनेगी वो कुछ इस तरीके दी होएगी वर्क 1 to 2 is equals to 1 upon minus gamma plus 1 into P2 V2 minus P1 V1। सो इसे ही स्टैप के असी अगे की किया, माइनस उपरों भी कॉमन ले लिया, नीचों भी कॉमन ले लिया,
आपस ਦੇ ਵਿੱਚ ਮਾਈਨਸ ਮਾਈਨਸ ਅਸੀਂ ਕੈਂਸਲ ਆਊਟ ਕਰਤੇ, ਕਿਉਂਕਿ ਨੀਚੇ ਅਸੀਂ ਦੇਖ ਰਹੇ ਹਾਂ ਕਿ ਮਾਈਨਸ ਦਾ ਗਾਮਾ ਸੀ, ਸੋ ਇਸ ਕਰਕੇ ਅਸੀਂ ਮਾਈਨਸ ਦਾ ਗਾਮਾ ਬਾਹਰ ਲੈ ਲਿਆ। ਸੋ ਉੱਪਰੋਂ ਵੀ ਅਸੀਂ ਮਾਈਨਸ ਕਾਮਨ ਕੱਢ ਕੇ ਦੋਨੋਂ ਆਪਸ ਦੇ ਵਿੱਚ ਕੈਂਸਲ ਆਊਟ ਕਰਤੇ। ਜੋ ਬਾਕੀ ਪ੍ਰੋਸੈਸ ਸਾਡੇ ਕੋਲ ਬਚਿਆ ਉਹ ਆ ਗਿਆ P1V1 ਮਾਈਨਸ P2V2 ਓਵਰ ਗਾਮਾ ਮਾਈਨਸ 1। ਸੋ ਸਾਨੂੰ ਪਤਾ ਹੈ ਕਿ ਇਹ ਜੋ ਹੈ PV ਦੀ ਵੈਲਿਊ ਗੈਸ ਇਕੁਏਸ਼ਨ ਤੋਂ ਅਸੀਂ MRT ਦੇ ਬਰਾਬਰ ਵੀ ਲੈਂਦੇ ਹਾਂ। ਸੋ ਇਸ ਜਗ੍ਹਾ 'ਤੇ ਅਸੀਂ MRT1 ਪੁੱਟ ਕਰ ਦਾਂਗੇ, ਇਸ ਜਗ੍ਹਾ 'ਤੇ ਅਸੀਂ MRT2 ਪੁੱਟ ਕਰ ਦਾਂਗੇ। MR ਅਸੀਂ ਕਾਮਨ ਕੱਢ ਲਿਆ, ਤਾਂ ਜੋ ਫਾਈਨਲ ਸਾਡੇ ਕੋਲ ਆਂਸਰ ਆਇਆ ਵਰਕ ਡਨ ਦਾ ਉਹ ਆ ਗਿਆ MR ਇੰਟੂ T1 ਮਾਈਨਸ T2 ਅਪੋਨ ਗਾਮਾ ਮਾਈਨਸ 1। ਸੋ ਇਸ ਰਿਲੇਸ਼ਨ ਤੋਂ ਅਸੀਂ ਈਜ਼ੀਲੀ ਕਿਸੇ ਵੀ ਐਡਿਆਬੈਟਿਕ ਪ੍ਰੋਸੈਸ ਦੇ ਲਈ ਵਰਕ ਡਨ ਕੈਲਕੂਲੇਟ ਕਰ ਸਕਦੇ ਹਾਂ। ਨਾਲ ਹੀ ਅਸੀਂ ਗੱਲ ਕਰਦੇ ਹਾਂ ਹੀਟ ਟ੍ਰਾਂਸਫਰ ਦੇ ਬਾਰੇ ਕਿ ਇਸ ਕੇਸ ਦੇ ਵਿੱਚ ਹੀਟ ਟ੍ਰਾਂਸਫਰ ਜਿਵੇਂ ਸਾਨੂੰ ਪਤਾ ਹੈ ਕਿ 0 ਹੈ। ਚੇਂਜ ਇਨ ਇੰਟਰਨਲ એનર્ਜੀ ਡੈਲਟਾ U mCV ਇੰਟੂ ਚੇਂਜ ਇਨ ਟੈਂਪਰੇਚਰ, ਉਹ ਵੀ ਸਾਨੂੰ ਪਤਾ ਹੈ। ਚੇਂਜ ਇਨ ਐਂਥੈਲਪੀ, ਚੇਂਜ ਇਨ ਐਂਥੈਲਪੀ ਨੂੰ ਅਸੀਂ ਡਿਨੋਟ ਕਰਦੇ ਹਾਂ ਡੈਲਟਾ H ਫॉर द प्रोसेस 1 to 2 इज इक्वल्स टू M इंटू CP इंटू टैंपरेचर डिफरेंस। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਚੇਂਜ ਇਨ ਐਂਟਰੋਪੀ ਦੇ ਬਾਰੇ ਕਿ ਐਡਿਆਬੈਟਿਕ ਪ੍ਰੋਸੈਸ ਦੇ ਅੰਦਰ ਜੋ ਚੇਂਜ ਇਨ ਐਂਟਰੋਪੀ ਹੋਊਗਾ ਉਸ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਡਿਨੋਟ ਕਰਾਂਗੇ। ਤੁਸੀਂ ਸਾਹਮਣੇ ਇੱਕ ਗ੍ਰਾਫ ਵੀ ਪਲਾਟ ਕੀਤਾ ਹੋਇਆ ਦੇਖ ਰਹੇ ਹੋ, ਜੋ ਕਿ ਅਸੀਂ ਪਲਾਟ ਕੀਤਾ ਹੈ ਐਬਸੋਲੂਟ ਟੈਂਪਰੇਚਰ ਤੇ ਐਂਟਰੋਪੀ ਦੇ ਇਨ ਬਿਟਵੀਨ, ਕਿ ਜਦੋਂ ਐਡਿਆਬੈਟਿਕ ਪ੍ਰੋਸੈਸ ਦੇ ਅੰਦਰ ਹੀਟ ਸਾਡੀ ਕੌਨਸਟੈਂਟ ਰਹੇਗੀ ਤਾਂ ਉਸ ਦੌਰਾਨ ਟੈਂਪਰੇਚਰ ਜੋ ਸਾਡਾ ਚੇਂਜ ਹੋਊਗਾ। ਸੋ ਇਸ ਜਗ੍ਹਾ 'ਤੇ ਨਾ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਜੋ ਸਾਡਾ ਟੈਂਪਰੇਚਰ ਚੇਂਜ ਹੈ ਉਹ ਹੋਊਗਾ, ਬਟ ਹੀਟ ਚੇਂਜ ਜੋ ਹੈ ਉਹ ਸਿਸਟਮ ਦੇ ਇਨ ਬਿਟਵੀਨ ਨਹੀਂ ਹੋਊਗੀ, ਕਿ ਸਿਸਟਮ ਤੋਂ ਨਾ ਹੀਟ ਬਾਹਰ ਜਾਊਗੀ ਨਾ ਬਾਹਰੋਂ ਹੀਟ ਅੰਦਰ ਆਊਗੀ, ਬਟ ਟੈਂਪਰੇਚਰ ਦੇ ਵਿੱਚ ਵੇਰੀਏਸ਼ਨ ਹੋਊਗੀ। ਸੋ ਟੈਂਪਰੇਚਰ ਦੇ ਵਿੱਚ ਵੇਰੀਏਸ਼ਨ ਜੋ ਹੋ ਰਹੀ ਹੈ 1 to 2 ਅਸੀਂ ਚੇਂਜ ਕੀਤੀ ਹੋਈ ਹੈ, ਉਹ ਦਿਖਾਇਆ ਹੋਇਆ ਕਿ ਲੋਅਰ ਟੈਂਪਰੇਚਰ ਟੂ ਹਾਇਰ ਟੈਂਪਰੇਚਰ, ਜਾਂ ਤੁਸੀਂ ਕਹਿ ਸਕਦੇ ਹੋ ਹਾਇਰ ਟੈਂਪਰੇਚਰ T2 to T1 ਟੈਂਪਰੇਚਰ ਚੇਂਜ ਹੋ ਰਿਹਾ, ਬਟ ਉਸ ਦੌਰਾਨ ਜੋ ਸਾਡੀ ਐਂਟਰੋਪੀ ਹੈ ਉਹ ਸਾਡੀ ਕਾਂਸਟੈਂਟ ਹੈ। ਸੋ ਏਰੀਆ ਅੰਡਰ ਦਾ ਕਰਵ ਜੋ ਹੈ ਸਾਡਾ ਉਹ ਸਾਡਾ ਹੋਇਆ ਇਸ ਐਕਸਿਸ ਦੇ ਉੱਪਰ 0। ਸੋ ਉਹਦੇ ਕਰਕੇ ਇਸ ਜਗ੍ਹਾ 'ਤੇ ਅਸੀਂ ਕਹਿ ਸਕਦੇ ਹਾਂ ਕਿ DQ ਜੋ ਹੈ ਉਹ ਵੀ ਸਾਡੀ 0 ਹੈ। ਦੇਅਰਫੋਰ ਜੋ ਸਾਡਾ ਐਂਟਰੋਪੀ ਦਾ ਫਾਰਮੂਲਾ ਉਹ ਕੀ ਹੁੰਦਾ DS ਇਜ਼ ਇਕੁਅਲਸ ਟੂ DQ/T। ਸੋ ਇਸ ਜਗ੍ਹਾ 'ਤੇ DQ ਦੀ ਵੈਲਿਊ 0 ਹੈ ਤਾਂ 0 ਪੁੱਟ ਕੀਤੀ, 0 ਡਿਵਾਈਡਡ ਬਾਈ ਸਮਥਿੰਗ ਅਗੇਨ 0, ਔਰ ਦੇਅਰਫੋਰ ਸਾਡੇ ਕੋਲ ਆ ਗਈ DS ਦੀ ਵੈਲਿਊ 0। ਸੋ ਨੈਕਸਟ ਇੱਕ ਹਲਕਾ ਜਿਹਾ ਨੋਟ ਬਣਾ ਕੇ ਦੇ ਰਿਹਾ, ਕਹਿੰਦਾ ਡਿਊਰਿੰਗ ਦ ਐਡਿਆਬੈਟਿਕ ਪ੍ਰੋਸੈਸ ਦ ਐਂਟਰੋਪੀ ਰਿਮੇਨਸ ਕੌਨਸਟੈਂਟ, ਕਿ ਜੋ ਐਂਟਰੋਪੀ ਹੈ ਉਹ ਹਮੇਸ਼ਾ ਹੀ ਕੌਨਸਟੈਂਟ ਹੁੰਦੀ ਹੈ। ਸੋ ਇਹਦੇ ਨਾਲ ਹੀ ਸਾਡਾ ਜੋ ਐਡਿਆਬੈਟਿਕ ਪ੍ਰੋਸੈਸ ਦਾ ਟੌਪਿਕ ਸੀ ਇਹ ਕੰਪਲੀਟ ਹੋ ਚੁੱਕਿਆ। ਹੋਪਫੁਲੀ ਤੁਹਾਨੂੰ ਸਾਰੇ ਹੀ ਪੁਆਇੰਟਸ ਕਲੀਅਰ ਹੋਏ ਹੋਣਗੇ। ਅਗਰ ਕਿਸੇ ਪੁਆਇੰਟ ਦੇ ਬਾਰੇ ਕੋਈ ਗਲਤਫਹਿਮੀ ਹੈ ਜਾਂ ਕੋਈ ਚੀਜ਼ ਨਹੀਂ ਸਮਝ ਲੱਗੀ ਤਾਂ ਉਹ ਚੀਜ਼ ਤੁਸੀਂ ਮੈਨੂੰ ਮੈਸੇਜ ਕਰਕੇ ਕਮੈਂਟ ਕਰਕੇ ਪੁੱਛ ਸਕਦੇ ਹੋ। ਓਕੇ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ।